ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਅੱਜ ਦੇ ਮਾਹੌਲ ਨੂੰ ਦੇਖ ਕੇ ਜਿੱਦਾਂ ਸਰਕਾਰ ਨੇ ਇਸ ਚੀਜ਼ ਤੇ ਹਲੇ ਬੈਨ ਨਹੀਂ ਲਗਾਇਆ, ਪਰ ਐਲਜੀ ਕੇ ਪਾਸ ਸਾਡੀ ਫਾਈਲ ਗਈ ਹੋਈ ਹੈ। ਜੇ ਐਲਜੀ ਉਹਦੇ ਤੇ ਦਸਤਖਤ ਕਰੇਗਾ ਤਾਂ ਉਹਦੇ ਤੇ ਅੱਗੇ ਕਾਰਵਾਈ ਹੋਵੇਗੀ। ਤੁਸੀਂ ਕੀ ਕਹਿਣਾ ਚਾਹੋਗੇ ਜੀ? ਦੇਖੋ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਨਾ, ਉਹਨੇ ਇੱਕ ਪਟੀਸ਼ਨ ਜਿਹੜੀ ਪਾਈ ਹੈ ਐਲਜੀ ਦੇ ਅੱਗੇ, ਸੀਐਮ ਦੇ ਅੱਗੇ। ਸੀਐਮ ਨੇ ਸ਼ਾਇਦ ਸਾਈਨ ਕਰ ਦਿੱਤੇ ਨੇ, ਜੋ ਪਤਾ ਚੱਲਿਆ ਐਲਜੀ ਕੋਲ ਗਈ ਹੈ। ਅਜੇ ਇਲੈਕਸ਼ਨ ਦਾ ਕੋਈ ਫਾਈਨਲ ਨਹੀਂ ਹੈ, 25 ਨੂੰ ਹੈ ਜਾਂ ਅੱਗੇ 9 ਨੂੰ ਜੋ ਸੁਣਨ ਚ ਆ ਰਹੀ ਡੇਟ ਹੈਗੀ ਹੈ। ਪਰ ਜਦ ਤੱਕ ਅਜੇ ਐਲਜੀ ਸਾਹਿਬ ਸਾਈਨ ਨਹੀਂ ਕਰਦੇ ਔਰ ਨੋਟੀਫਿਕੇਸ਼ਨ ਨਹੀਂ ਹੁੰਦੀ ਤਾਂ ਅਸੀਂ 25 ਤਰੀਕ ਹੀ ਮੰਨ ਕੇ ਚੱਲਾਂਗੇ। 25 ਤਰੀਕ ਮੰਨ ਕੇ ਚੱਲਾਂਗੇ। ਅਸੀਂ ਸਾਨੂੰ ਤਿਆਰੀ ਨਹੀਂ ਛੱਡਣੀ ਚਾਹੀਦੀ। ਮੈਂ ਆਪਣੇ ਜਿਹੜੇ ਸਾਡੇ ਕੈਂਡੀਡੇਟਸ ਨੇ ਸਭ ਨੂੰ ਕਹਾਂਗਾ ਤਿਆਰੀ ਆਪਣੀ ਰੱਖੋ। ਔਰ ਸਰਨਾ ਸਾਹਿਬ ਦਾ ਸਾਨੂੰ ਇਹ ਨਿਰਦੇਸ਼ ਹੈਗਾ ਵੇ, ਉਹਨਾਂ ਨੇ ਵੀ ਬਾਈਟ ਪਾਈ ਹੈ ਇਹਦੇ ਉੱਤੇ ਕਿ ਆਪਣੇ ਵਰਕਰਸ ਨੂੰ, ਆਪਣੇ ਜਿਹੜੇ ਸਾਡੇ ਕੈਂਡੀਡੇਟ ਨੇ, ਆਪਣੀ ਤਿਆਰੀ ਚਾਲੂ ਰੱਖੋ। ਤੁਸੀਂ ਕੋਈ ਗੇਮ ਨਾ ਹੋ ਜਾਏ ਇਹਦੇ ਅੰਦਰ ਬੇਸਿਕਲੀ। ਜੀ ਫਿਰ ਜੀ ਇੱਕ ਹੋਰ ਕੁਐਸਚਨ ਅਸੀਂ ਕਰਨਾ ਚਾਹੁੰਦੇ ਸੀ ਕਿ ਵੀ ਗੁਰੂ ਨਾਨਕ ਮਹਾਰਾਜ ਜੀ ਦਾ ਸਭ ਦੇ ਸਾਂਝੇ ਹੋਏ ਆ। ਉਹਨਾਂ ਨੇ 20 ਰੁਪਏ ਦਾ ਸੱਚਾ ਸੌਦਾ ਕੀਤਾ, ਉਹ ਪੂਰੀ ਕੌਮ ਨੂੰ ਇਹਦੇ ਤੇ ਮਾਣ ਔਰ ਫਖਰ ਹੈ। क्या किसी एक पार्टी का हो सकता है भी जिदा पार्टी कहती कि असीं गुरु नानक महाराज के रास्ते पर चल रहे हैं, की कहना चाहते? देखो सर, गुरु नानक साहब सांझे ने हर थां ते हर गुरु साहब का अलग अलग नाम बदलता गया। इत्थे असीं गुरु नानक साहब कहते हैं, कोई लांबा जो चाइनीज़ ने और नाम कहते हैं। हर जगह तो जिवें इन्होंने उदासियां की हर जगह अलग अलग थां ते अलग अलग नाम हो गए। और देखो यह कहना गलत हैगा वे, जिहड़ा गुरु नानक साहब का संदेश है सब वास्ते है, इकल्ले एक पार्टी वास्ते नहीं है, इकल्ले एक बंदे वास्ते नहीं है, समूची संगत और समूचे वर्ल्ड वास्ते है। बेसिकली जो मनदा गुरु नानक साहब नूं वो किसी भी धर्म का हो सकता है। कई धर्म के ऐसे ने, मुस्लिम भी गुरु नानक साहब नूं मनते हैं, सिंधी भी मनते हैं, हिंदू भी मनते हैं। ऐसे बहुत सारे वीर देखने गुरु नानक साहब का बड़ा प्यार है उन्होंने। पर यह मतलब नहीं है कि जी मैं लंगर लगा रहा तो मैं गुरु नानक साहब के रस्ते चलना। सारे गुरु नानक साहब के रस्ते चलते हैं। गुरु नानक साहब ने सानू यह भी सिखाया है, किरत करो, नाम जपो, वंड छको। वंड छको विच लंगर आता है। वंड छको विच ही जिहड़ा है ना, तुसी अपनी जिहड़ी दसवंत पाते हो गुलक के अंदर, उदों जो वंड छकना कहते हैं। किरत करनी इस वास्ते जरूरी है कि थोड़ी सुच्ची किरत होएगी, थोड़ा अच्छा पैसा होएगा, साफ सुथरी कमाई होएगी। उहदे बाद नाम जपोगे, नाम जपना भी जरूरी है शरीर वास्ते, अपनी रूह वास्ते। और वंड छकना भी जरूरी है कि जो तुसी कमा रही है उहदा दसवंत ਤੁਸੀਂ ਆਪਣਾ ਕੱਢ ਕੇ। ਗੁਰੂ ਨਾਨਕ ਸਾਹਿਬ ਨੇ ਤੇ ਵੰਡ ਛਕੋ ਦੀ ਗੱਲ ਕੀਤੀ। ਅੱਗੇ ਗੁਰੂ ਗੋਬਿੰਦ ਸਿੰਘ ਜੀ ਨੇ ਇਹਨੂੰ ਦਸਵੰਤ ਦਾ ਰੂਪ ਦੇਤਾ ਕਿ 10ਵਾਂ ਹਿੱਸਾ ਆਪਣੀ ਨੇਕ ਕਮਾਈ ਦਾ ਉਹਨੂੰ ਔਰ ਅੱਗੇ ਫਾਰਵਰਡ ਲੈ ਕੇ 10ਵਾਂ ਹਿੱਸਾ ਆਪਣੀ ਨੇਕ ਕਮਾਈ ਦਾ ਦਸਵੰਤ ਦੇ ਰੂਪ ਵਿੱਚ ਤੁਸੀਂ ਗੁਰਲਾ ਕੀਜੀਏ, ਜਿੱਥੇ ਵੀ ਤੁਸੀਂ ਸਹੀ ਸਮਝਦੇ ਹੋ ਉੱਥੇ ਪਾਓ। ਲੰਗਰ ਜਿਹੜੀ ਪ੍ਰਥਾ ਹੈ ਸਰ, ਉਹ 540 ਸਾਲ ਪੁਰਾਣੀ ਪ੍ਰਥਾ ਹੈ। 552-53 ਸਾਲ ਗੁਰੂ ਨਾਨਕ ਸਾਹਿਬ ਨੂੰ ਹੋ ਗਏ। ਮੈਂ 10-12 ਸਾਲ ਵਿੱਚ ਜਿਹੜਾ 20 ਰੁਪਏ ਦਾ ਸਾਖੀ ਆਪਾਂ ਸੁਣਨੇ ਆ ਉੱਥੋਂ ਚੱਲੇ ਸੱਚੇ ਸੌਦੇ ਤੋਂ, ਉਹ ਚੜੀ ਹੋਈ ਹੈ। ਇਹ ਗਲਤ ਕਮੈਂਟਸ ਨੇ ਸਿਰਸਾ ਸਾਹਿਬ ਬਾਦਲਾਂ ਦੇ ਜੀ, ਇਹ ਸਾਡੀ ਤਰਫੋਂ ਲੰਗਰ ਹੋ ਰਿਹਾ। ਲੰਗਰ ਤੇ ਸੰਗਤ ਦਿੰਦੀ ਹੈ ਤੇ ਹੁੰਦਾ, ਕੋਈ ਆਪਣੇ ਘਰੋਂ ਕੋਈ ਨਹੀਂ ਲਗਾਉਂਦਾ। ਚਮਿਆਵਾਂ ਚੋਂ ਸਿਰਸਾ ਜੀ ਅਸੀਂ ਜੋ ਵੀ ਦਿੰਦੇ ਹਾਂ ਉਹ ਇੱਕ ਦਸਵੰਧ ਦੇ ਰੂਪ ਵਿੱਚ ਦਿੰਦੇ ਨੇ ਜੀ। ਵੀਰ ਜੀ ਇੱਕ ਤੁਹਾਡੇ ਨਾਲ ਜ਼ਿਕਰ ਹੋਰ ਕਰਨਾ ਚਾਹते, ਜਿੱਦਾਂ ਕਰੋਨਾ ਦਾ ਹੁਣ ਫਿਰ ਦੁਬਾਰਾ ਬੜਾ ਜ਼ੋਰ ਦਾ ਝਟਕਾ ਪਿਆ ਦੇਸ਼ ਨੂੰ। ਅਗਰ ਸਾਡਾ ਹਸਪੀਟਲ ਬਣਿਆ ਹੁੰਦਾ ਤਾਂ ਅਸੀਂ ਕਿੰਨੇ ਲੋਕਾਂ ਦੀ ਸੇਵਾ ਕਰ ਸਕਦੇ ਸੀ? ਬੜਾ ਅੱਛਾ ਸਵਾਲ ਕੀਤਾ ਤੁਸੀਂ ਵੀਰ ਜੀ। ਮੇਰੇ ਦਿਲ ਦੀ ਗੱਲ ਸੀ ਹੈ ਕਿ ਦੇਖੋ 550 ਬੈੱਡ ਦਾ ਹਸਪੀਟਲ ਹੁੰਦਾ ਔਰ ਥੋੜ੍ਹੇ ਬਹੁਤ ਬੈੱਡ ਹੋਰ ਵੱਧ ਸਕਦੇ ਸੀ। ਥੋੜ੍ਹੀ ਬਹੁਤ ਜਗ੍ਹਾ ਖੁੱਲੀ ਹੁੰਦੀ ਹੈ, ਕਈ ਜਗ੍ਹਾ ਐਡੀਸ਼ਨ ਹੋ ਜਾਂਦੀ ਹੈ। ਜੋ ਮੈਂ ਕਿਹਾ ਸਮਝਦਾ 700-800 ਬੈੱਡ ਦਿੱਲੀ ਦੇ ਅੰਦਰ ਬਹੁਤ ਹੁੰਦੇ ਨੇ। ਮੈਨੂੰ 3 ਦਿਨ ਹੋ ਗਏ ਸਰ, ਅੱਜ ਤੀਸਰਾ दिन है, मैं कोई कंपेनिंग नहीं कर रहा, लोगों के बैड ही अरेंज करा रहा। अच्छा, इन्नी दिक्कत हैगी है। मेरे अपने ग्रुप ही कईयों ने होया, मेरे नाल साथी सी, मेरे जानकार बड़े सारे बंदे, पर बैड नहीं मिल रहे। हथ खड़े हो चुके हैं गवर्नमेंट वालों, क्योंकि वो भी परेशान ने। और मैं तो सच्ची गल दसा, मैं तो इस सिनेरियो के अंदर मैं प्रॉमिस करना वा गुरु साहब को साक्षी मन के कि अगर साढ़े को सेवा आएगी साढ़े ग्रुप को सब तो पहले हॉस्पिटल बनाऊंगा। पता नहीं कद किनू दिक्कत आ जाए। मैं कई बंदे चले गए साढ़े, इन 2-3 दिन बड़े बंदे गए। बड़ा दिल दुखता है कि साढ़े को कि असी इतनी कम करने हैं, इन्ने लंगर लगाने करोड़ों रुपए दे, अपना हॉस्पिटल भी नहीं है अपने। और अज अगर हॉस्पिटल होंदा, कई किसी भी धर्म का आदमी बचदा तो सही, प्रायोरिटी तो सिखां नूं दित्ती जाती होती, पर किसी धर्म का भी आ सकता है। ऐसी गल नहीं है। गुरु नानक
ਨਾਨਕ ਸਾਹਿਬ ਸਭ ਦੇ ਸਾਂਝੇ ਗੁਰੂ ਸੀ ਜੀ। ਔਰ ਅਗਰ ਅੱਜ ਹੁੰਦਾ ਕਿਸੇ ਦੀ ਘਰ ਦਾ ਜੀ ਬਚ ਜਾਂਦਾ ਤਾਂ ਇਸ ਤੋਂ ਵਧੀਆ ਕੋਈ ਕੰਮ ਨਹੀਂ ਹੈ। ਇਲੈਕਸ਼ਨ ਸਭ ਬੇਕਾਰ ਨੇ ਅਗਰ ਤੁਸੀਂ ਇਹ ਕੰਮ ਨਹੀਂ ਕਰ ਪਾਏ ਤੇ। ਔਰ ਜਿਹੜੇ ਝੂਠ ਬੋਲ ਕੇ ਮੈਂ ਕਹਿ ਵੀ ਕਹਾਂਗਾ, ਚਾਹੇ ਉਹ ਜੀਕੇ ਹੈ, ਮਨਜੀਤ ਸਿੰਘ ਜੀਕੇ ਹੈ, ਚਾਹੇ ਸਿਰਸਾ ਹੈ, ਚਾਹੇ ਬਾਦਲ ਗਰੁੱਪ ਹੈ, ਜਿਨ੍ਹਾਂ ਨੂੰ ਝੂਠ ਬੋਲਿਆ ਇਹ ਉਹਦਾ ਭੁਗਤਾਨ ਉਹਨਾਂ ਨੂੰ ਕਰਨਾ ਪਏਗਾ। ਇਹ ਉਹਦਾ ਨਤੀਜਾ ਕਿ ਅੱਜ ਹਸਪਤਾਲ ਨਹੀਂ ਹੈ। ਔਰ ਮੈਂ ਤੇ ਬੇਨਤੀ ਕਰਾਂਗਾ ਐਸੇ ਝੂਠਿਆਂ ਨੂੰ, ਐਸੇ ਗੰਦ ਬੰਦਿਆਂ ਨੂੰ ਕਦੀ ਵੋਟ ਨਹੀਂ ਪਾਉਣਾ ਚਾਹੀਦਾ, ਜਿਨ੍ਹਾਂ ਨੇ ਕੌਮ ਦਾ ਕੀ ਸਾਰੀ ਦੁਨੀਆ ਦਾ ਨੁਕਸਾਨ ਕੀਤਾ, ਸਾਰੀ ਸੰਗਤ ਦਾ ਨੁਕਸਾਨ ਕੀਤਾ। ਖਾਲੀ ਆਪਣੀ ਕੌਮ ਪਤਾ ਨਹੀਂ ਉੱਥੇ ਕੋਈ ਹਿੰਦੂ ਵੀਰ ਵੀ ਬਚ ਸਕਦਾ ਸੀ, ਕੋਈ ਮੁਸਲਿਮ ਵੀ ਆ ਜਾਂਦਾ, ਕਿਉਂਕਿ ਜਦ ਅਸੀਂ ਹਸਪਤਾਲ ਚਲਾਉਂਦੇ ਹਾਂ ਕੋਈ ਇਹ ਜ਼ਰੂਰੀ ਨਹੀਂ ਕਿ ਖਾਲੀ ਹਿੰਦੂ ਖਾਲੀ ਸਿੱਖ ਹੀ ਆਏਗਾ। ਮਾਨਸ ਕੀ ਜਾਂ ਸਭ ਇੱਕ ਪਛਾਣੇ ਉਸ ਗੱਲ ਤੇ ਜਾਂਦੇ, ਕੋਈ ਬੰਦਾ ਆਂਦਾ, ਮਰੀਜ਼ ਆਂਦਾ, ਠੀਕ ਹੋ ਕੇ ਜਾਂਦਾ, ਦੁਆਵਾਂ ਦਿੰਦਾ। ਅੱਜ ਗੁਰੂ ਸਾਹਿਬ ਦੇ ਨਾਮ ਤੇ ਹਸਪਤਾਲ ਸੀ, ਉਹਨਾਂ ਨੇ ਬਰਬਾਦ ਕਰ ਦਿੱਤਾ। ਵੀਰ ਜੀ, ਇੱਕ ਮੇਰਾ ਕੁਐਸਚਨ ਇਹ ਸਰ, क्या दिल्ली सिख गुरुद्वारा प्रबंधक कमेटी क्या पार्टियों के अधीन है? नहीं, पार्टी सिर्फ इस वास्ते अधीन है, मैं दसना वा कि देखो जी ग्रुप मिल के चलाता ना, अपोजिशन को कुछ समझते नहीं ने। मेरा एग्जाम्पल सब तो बड़ा मैं बैठा वा कि मैं जब इलेक्शन जीतिया, असी जो सेवा पई दास की चोली के अंदर 2017 के अंदर मैंने किसी ने फंड नहीं दिते, बीइंग मैं अपोजिशन पार्टी का सी। अच्छा, मैंने फंड्स नहीं दिते, ना जीके ने ना सिरसा जी ने, दोनों ने। मनजीत सिंह जीके जी ने नहीं दिता और सिरसा जी ने दिता। अच्छा, मनजीत सिंह जीके के वक्त लास्ट 1-2 महीने मैंने थोड़े जे पैसे मिले। वो कारण की सी कि जाने वाले सी, कुछ लग रहा सी पहुंचे कि होएगा। और जब वो सिरसा जी आ गए, उन्होंने भी नहीं दिता। कहते जी तुसी अपोजिशन के बंदे, दोनों ने एक अपोजिशन के बंदे हो जी। कि अपोजिशन का मैंबर होना पाप हैगा वे, कि संगत ने चुन के भेजा पाप हैगा वे, यह फर्क नहीं होना चाहिए। पहली गल, कोई मैं पैसे परसनल तो लेने, चैक साइन करने की पावर प्रधान और सकत्तर ਨੂੰ ਹੁੰਦੀ ਹੈ। और चैक बन के जा रहा है जिहदे नाम स्कूलों के अंदर, वो चैक बन के जा रहा है किसी की नीड के अंदर, वो पेपर लगे हुए नाल, वो अपने नाम तो चैक बनवा नहीं रहा। संगत ਜਿਹੜੀ भी आ रही है, ਤੁਹਾਡੇ इलाके की संगत है, दिल्ली की संगत है, ਉਹਦੇ नाम बन के जा रहे हैं। ਇਹ सोच अच्छी नहीं है। सोच होनी चाहिए ਅਸੀਂ जीत कर आए हैं, ਅਸੀਂ सेवा मिली है ਸਾਨੂੰ, ਅਸੀਂ पूरी ऑल दिल्ली देखनी है, नॉट अ इंडिविजुअल मैंबर, नॉट अ इंडिविजुअल पर्सन। ਜਿਹਦਾ ਕੰਮ ਕਰਨਾ ਹੈ, ਲੋੜਵੰਦ ਹੈਗਾ, ਤਦੀ ਤੁਹਾਡੇ ਕੋਲ ਆਇਆ, ਤਦੀ ਚੱਕਰ ਕੱਟ ਰਿਹਾ ਤੁਹਾਡੇ ਵੀਰ ਜੀ, ਕੋਲ। ਮੈਂ ਇਹ ਗੱਲ ਤੁਹਾਡਾ ਫਿਰ ਜ਼ਿਕਰ ਕਰਨਾ ਚਾਹੁੰਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬਾਦਲੀਆਂ ਨੂੰ ਕਿਹਾ ਸੀਗਾ ਕਿ ਜਿਹੜੇ ਵੀ ਲੋਕ ਆਉਂਦੇ ਸਿੱਖ ਕੌਮ ਨੇ ਚੁਣ ਕੇ ਭੇਜੀ ਹੈ, ਜਿੱਦਾਂ ਤੁਸੀਂ ਸਿੱਖ ਹੋ ਉੱਦਾਂ ਦੇ ਵੀ ਸਿੱਖ ਹੈਗੇ, ਇੱਥੇ ਫੰਡਿੰਗ ਦੀ ਸਾਰਿਆਂ ਨੂੰ ਇੱਕੋ ਜਿਹਾ ਫੰਡਿੰਗ ਦਿੱਤਾ ਜਾਵੇ। ਇੱਥੋਂ ਸਾਫ਼ ਜ਼ਾਹਰ ਹੁੰਦਾ ਕਿ ਅਕਾਲ ਤਖਤ ਸਾਹਿਬ ਦੀ ਵੀ ਉਹਨਾਂ ਨੇ ਅਪੀਲ ਨੂੰ ਨਹੀਂ ਮੰਨਿਆ। ਸਰ ਇਹ ਤੇ ਤੁਸੀਂ ਕਿੱਸਾ ਸੁਣਾ ਰਹੇ ਹੋ, ਮੈਂ 5-7 ਕਿੱਸੇ ਤੁਹਾਡੇ ਸਾਹਮਣੇ ਸ਼ੇਅਰ ਕਰ ਦੇਣਾ। ਦੇਖੋ ਇਹ ਤੇ ਅਕਾਲ ਤਖਤ ਜਥੇਦਾਰ ਸਾਹਿਬ ਨੇ ਕਹੀ ਸੀ 550 ਜਿਹੜੇ ਸਾਲ ਦੇ ਨਗਰ ਕੀਰਤਨ ਗਿਆ, ਸਿਰਸਾ ਜੀ ਕਹਿੰਦੇ ਮੈਂ ਝੂਠ ਨਹੀਂ ਬੋਲਦਾ, ਔਰ ਆਪਣੇ ਬੰਦਿਆਂ ਕੋਲ ਬੁਲਾਇਆ, ਗਿਆਨੀ ਰਣਜੀਤ ਸਿੰਘ ਜੀ ਜਾਂ ਬਾਕੀ ਗ੍ਰੰਥੀ ਹੈ, ਜਿਤਨੇ ਵੀ ਗ੍ਰੰਥੀ ਜੀ, ਹਰਨਾਮ ਸਿੰਘ ਜੀ, ਜਿਤਨੇ ਵੀ ਗ੍ਰੰਥੀ ਦੇ ਨਾਮ ਕੀ ਲਵਾਂ, ਸਾਰਿਆਂ ਕੋਲ ਬੁਲਵਾਉਂਦੇ ਰਹੇ ਕਿ ਜੀ ਯਾਤਰਾ ਜਾ ਰਹੀ ਹੈ, ਫੰਡਸ ਦਿਓ, ਸਾਡੀ ਯਾਤਰਾ ਜਾ ਰਹੀ ਹੈ, ਜਦ ਕਿ ਪਰਮਿਸ਼ਨ ਨਹੀਂ ਸੀ। ਗੁਰੂ ਸਾਹਿਬ ਦੀ ਹਜ਼ੂਰੀ 'ਚ ਕਿੰਨੀ ਵਾਰੀ ਝੂਠ ਬੋਲਿਆ। ਝੂਠਾ ਤਾਂ ਨੰਬਰ 1 ਹੈ ਹੀ ਸਿਰਸਾ, ਇਸ ਕੋ ਦੋ ਰਾਏ ਨਹੀਂ ਹੈ, ਪ੍ਰੂਫ ਹੈਗਾ। ਫਿਰ ਉਹਦੇ ਬਾਅਦ ਇਹਨਾਂ ਨੇ ਫੰਡਸ ਇਕੱਠੇ ਕੀਤੇ, ਉਹਦੇ ਨਾਮ ਦੇ ਉੱਤੇ ਸੋਨਾ ਬੀਬੀਆਂ ਨੇ ਉਤਾਰਿਆ, ਕਿਸੇ ਨੇ ਵੰਗਾ ਉਤਾਰੀਆਂ, ਕਿਸੇ ਨੇ ਆਪਣੀ ਅੰਗੂਠੀ ਉਤਾਰੀ, ਕਿਸੇ ਨੇ ਕੁਛ ਉਤਾਰਿਆ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਪ੍ਰੇਮ ਸੀ, ਉਹ ਪਿਆਰ ਹੀ ਚਾਹ ਕੇ ਉਤਾਰੀਆਂ, ਸੋਨਾ ਦਿੱਤਾ। ਕਈ ਸਾਡੇ ਵੀ ਜਾਣਕਾਰ ਬੰਦੇ ਨੇ ਦਿੱਤਾ, ਪਰ ਕੀ ਉਹ ਪੈਸਾ ਕਿੱਥੇ ਗਿਆ? ਜਦ ਤੁਸੀਂ ਯਾਤਰਾ ਤੁਹਾਡੇ ਪਰਮਿਸ਼ਨ ਨਹੀਂ, ਤੁਸੀਂ ਪੈਸੇ ਇਕੱਠੇ ਕਿਉਂ ਕੀਤੇ? ਜਥੇਦਾਰ ਸਾਹਿਬ ਨੇ, ਅਕਾਲ ਤਖਤ ਸਾਹਿਬ ਦਾ ਜਥੇਦਾਰ ਸਾਹਿਬ ਨੇ, ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਰਡਰ ਕੀਤੇ ਸੀ ਕਿ ਤੁਸੀਂ ਹਿਸਾਬ ਦਿਓ, ਉਹਦੇ ਫਲੈਕਸ ਲਗਾਓ ਹਰ ਗੁਰਦੁਆਰੇ ਦੇ ਬਾਹਰ, ਕਿੱਥੇ ਲੱਗੀਆਂ? ਇਹ ਤਾਂ ਜਥੇਦਾਰ ਸਾਹਿਬ ਨੂੰ ਕੁਝ ਸਮਝਦੇ ਨਹੀਂ ਨੇ। ਮੈਨੂੰ मतलब कहना अच्छा नहीं लग रहा कि जथेदार साढ़े अकाल तख्त साहब की बेइज्जती करते हैं इस तरह। उन्होंने आदेश तो ऐसा होना चाहिए कि 1 मिनट मान लें, चुकते तो उंगली चुकते हैं कि जथे अकाल तख्त साहब तो अलग ने। मैं दोनों ने पूछना तुसी केड़ी गल मन्नी, ਤੁਸੀਂ ਕਿਹੜੀ ਗੱਲ ਮੰਨਦੇ ਹੋ? ਅੱਜ ਤੁਸੀਂ ਸੱਚ ਬੋਲਿਆ ਸੀ, ਸੱਚ ਨਹੀਂ ਬੋਲਿਆ? ਉਹਨਾਂ ਨੇ ਤੁਹਾਡਾ ਇੱਕ ਸਰਨਾ ਜਦ ਯਾਤਰਾ ਲੈ ਕੇ ਗਏ, ਉਹਨਾਂ ਨੇ ਕਿਹਾ ਜੀ ਚਲੋ ਗਲਤੀ ਹੋ ਗਈ, ਤੁਸੀਂ ਨਾਲ ਜਾਓ ਔਰ ਤੁਸੀਂ ਹਿਸਾਬ ਦਿਓਗੇ। ਸਿਰਸਾ ਜੀ ਨੂੰ ਕਿਹਾ ਸੀ ਤੁਸੀਂ ਕਿੱਥੇ ਹਿਸਾਬ ਹੈ? ਬਾਦਲਾਂ ਨੂੰ ਕਿਹਾ ਹਿਸਾਬ ਦੇ। ਅੱਜ ਦੇਖਿਆ ਤੁਸੀਂ ਕਿਸੇ ਗੁਰਦੁਆਰੇ ਫਲੈਕਸ ਲੱਗੀ ਹੋਈ, ਹਿਸਾਬ ਦਿੱਤਾ ਹੋਏ, ਮੰਗ ਕੇ ਅਸੀਂ ਮੈਂਬਰ ਹੀ ਥੱਕ ਗਏ, ਬਾਕੀਆਂ ਨੂੰ ਛੱਡ ਦਿਓ ਤੁਸੀਂ ਗੱਲ। ਅੱਛਾ ਵੀਰ ਜੀ, ਇੱਕ ਮੇਰਾ ਕੁਐਸਚਨ ਹੋਰ ਹੈ ਤੁਹਾਡੇ ਸਾਹਮਣੇ, ਮੈਂ ਬੜੇ ਪਿਆਰ ਇਹ ਗੱਲ ਕਰਨਾ ਚਾਹੁੰਦਾ ਸੀਗਾ ਵੀ ਜੇ ਜਿਨ੍ਹਾਂ ਵੀ ਪ੍ਰਧਾਨਾਂ ਦੇ ਉੱਤੇ ਕੋਈ ਕੇਸ ਹੋਵੇ ਕੋਰਟ ਦੇ ਵਿੱਚ, क्या उन्होंने चुनाव लड़ने का अधिकार है? नहीं होना चाहिए सर। एक होंदा केस कि झूठा केस पाया हुआ है, ये सारे केस प्रूफ्ड ने सर। एवें देखो अज दोनों जीके जी ने चाहे मनजिंदर सिंह सिरसा है सर, दोनों के केस कोर्ट के थ्रू होए ने। उधर 3 केस बने क्योंकि इन्हों की सैटिंग इतनी अच्छी सी, इतना प्रभाव सी कि इन्होंने थाने के अंदर केस ही नहीं रजिस्टर होने दिते।
ਪ੍ਰਭਾਵ ਅੱਛਾ ਸੀ, ਸੈਟਿੰਗ ਅੱਛੀ ਸੀ ਉੱਪਰ ਲੈਵਲ ਤੱਕ। ਕੋਰਟ ਨੇ ਹੀ ਕਰਾਏ, ਪੇਪਰ ਲੱਗੇ ਹੋਏ ਸੀ। ਕਿਹੜੇ ਕੇਸ ਤੋਂ ਮੁਕਰਨਗੇ? $1 ਲੱਖ ਤੋਂ ਮੁਕਰ ਸਕਦੇ ਨੇ, ਨਹੀਂ ਟੈਂਟਾਂ ਤੋਂ ਮੁਕਰ ਸਕਦਾ ਸਿਰਸਾ, ਉਹ ਕਿਤਾਬਾਂ ਦੇ ਜੀਕੇ ਮੁਕਰ ਸਕਦਾ ਹੈ। ਦੱਸੇ ਨਾ ਬੈਠ ਕੇ 1 ਘੰਟੇ ਦੇ ਅੰਦਰ ਕਿਤਾਬਾਂ 82 ਹਰ ਕਿਤਾਬ 1 ਦਿਨ ਦੇ ਅੰਦਰ ਛਪ ਕੇ ਆ ਜਾਏਗੀ। 4 ਜੂਨ ਨੂੰ ਆਰਡਰ ਹੁੰਦਾ, 5 ਜੂਨ ਨੂੰ ਛਪ ਕੇ ਵੀ ਆ ਗਈ ਔਰ ਪੇਮੈਂਟ ਵੀ ਹੋ ਗਈ। ਕਿਹੜੀ ਮਸ਼ੀਨ ਲਗਾਈ ਤੁਸੀਂ? ਖੁਦ ਪ੍ਰਿੰਟਿੰਗ ਮੀਡੀਆ ਤੋਂ ਦੱਸੋ। 82 ਕਿਤਾਬ 4 ਤਰੀਕ ਨੂੰ ਆਰਡਰ ਦੇ ਰਿਹਾ, 5 ਤਰੀਕ ਨੂੰ ਪੇਮੈਂਟ ਵੀ ਹੋ ਗਈ, ਕਿਤਾਬਾਂ ਛਪ ਕੇ ਵੀ ਆ ਗਈਆਂ। ਪਹਿਲੀ ਗੱਲ ਤੇ 82 ਬੱਚਾ ਨਹੀਂ, ਮੈਂ ਉਹ ਵੀ ਛੋੜ ਦੇਣਾ, ਤੁਸੀਂ ਮੰਗਾਈ ਰੱਦੀ 'ਚ ਪਾ ਦਿੱਤੀ, ਪਰ ਪ੍ਰਿੰਟ ਕਿਵੇਂ ਹੋ ਗਈ? ਪੇਪਰ ਕਿਵੇਂ ਖਰੀਦਿਆ? ਕਿੰਨੇ ਔਰ ਫਿਰ ਉਹਨਾਂ ਨੇ ਖੁਦ ਮੰਨ ਲਿਆ, ਜਿਹੜਾ ਪ੍ਰਿੰਟਰ ਦਾ ਨਾਮ ਚੱਕਿਆ ਜੀ ਝੂਠ ਕਰਾਇਆ ਸੀ, ਸਾਡੇ ਕੋਲ ਚੈੱਕ ਕਟਵਾਏ ਸੀ ਇਹਨਾਂ ਨੇ। ਉਹਨੇ ਮੰਨ ਵੀ ਲਿਆ ਮੀਡੀਆ ਦੇ ਅੱਗੇ। ਔਰ ਕੀ ਚਾਹੁੰਦੇ ਨੇ? ਕੀ ਪ੍ਰੂਫ ਚਾਹੁੰਦੇ ਹੋ ਤੁਸੀਂ ਅਜੇ? ਮਤਲਬ ਤੁਹਾਨੂੰ ਆਖਿਰ ਰੱਬ ਆਖੇ ਕਵੇ ਨਹੀਂ ਜੀਕੇ ਜੀ ਤੁਸੀਂ ਬੜੇ ਸਾਫ਼ ਹੋ, ਇਹੀ ਕਹਿਣਾ ਚਾਹੁੰਦਾ। ਵੀਰ ਇੱਕ ਗੱਲ ਫਿਰ ਤੁਹਾਡੇ ਨਾਲ ਬੜੇ ਪਿਆਰ ਨਾਲ ਕਰਨਾ ਚਾਹੁੰਦਾ ਵੀਰ ਜੀ, ਵੀ ਬਲਦੇਵ ਸਿੰਘ ਬਡਾਲਾ ਨੇ ਤਾਂ ਬੜੇ ਪਿਆਰ ਨਾਲ ਕਿਹਾ ਵੀ ਗੋਲ ਕਚੋਰਾਂ ਨੂੰ ਆਪਾਂ ਭਜਾਣਾ, ਅਸੀਂ ਇੱਕ ਬਦਲਾਵ ਲਿਆਉਣਾ। ਇਹ ਬਦਲਾਵ ਕਿਹੋ ਜਿਹਾ ਹੋਵੇਗਾ? ਦੇਖੋ ਸਰ, ਖਾਲੀ ਜਵਾਨੀ ਕਰਕੇ ਨਹੀਂ ਆਏਗਾ, ਇਹ ਤਾਂ ਸੰਗਤ ਨੂੰ ਸੋਚਣਾ ਪਏਗਾ। ਦੇਖੋ ਇਹ ਇਲੈਕਸ਼ਨ ਜਿਹੜਾ ਸਾਡਾ 2021 ਦਾ ਬੜਾ ਅਹਿਮ ਇਲੈਕਸ਼ਨ ਹੈ। ਦੇਖੋ ਇੱਕ ਤਰਫ ਇਹਨਾਂ ਨੇ ਦੇਖਣਾ ਹੈ ਸਰਨਾ ਸਾਹਿਬ ਦੇ ਜਿਹੜੇ 12 ਸਾਲ ਸੀ ਉਹ ਦੇਖਣ, ਔਰ 8 ਸਾਲ ਇਹਨਾਂ ਦੇ ਦੇਖ ਲੈਣ। 6 ਔਰ 2 ਨੂੰ ਡਿਵਾਈਡ ਕਰਦੇ ਨੇ, ਪਰ ਐਕਚੁਅਲੀ 8 ਸਾਲ ਨੇ। 6 ਸਾਲ ਉਹ ਪ੍ਰਧਾਨ ਸੀ ਤੇ 6 ਸਾਲ ਹੈ ਸੈਕਟਰੀ ਵੀ ਸੀ। 2 ਬੰਦਿਆਂ ਦੇ ਸਾਈਨ ਹੁੰਦੇ ਨੇ। ਪਹਿਲੀ ਗੱਲ ਤੇ ਖੁਦ ਬਣ ਗਿਆ ਕਿ 2 ਸਾਲ ਬੇਮਿਸਾਲ। ਮੈਂ ਕਹਿੰਦਾ ਨਹੀਂ ਜੀ, 6 ਸਾਲ ਬੇਮਿਸਾਲ ਤਰੇ ਰਹੇ ਔਰ ਤੁਸੀਂ ਚੋਰੀ 'ਚ ਮਗਨ ਰਹੇ। ਤੁਸੀਂ 6 ਸਾਲ ਦੇ ਅੰਦਰ ਤੁਸੀਂ ਜੋ ਗਲਤੀਆਂ ਕੀਤੀਆਂ ਤੁਸੀਂ ਖੁਦ ਮੰਨ ਲਈਆਂ। 8 ਸਾਲ ਤੋਂ 6 ਸਾਲ ਤੁਸੀਂ ਕਹਿ ਰਹੇ ਹੋ ਕਿ ਬੇਕਾਰ ਹੋਏ ਜੀ, ਜੀਕੇ ਦੇ ਕਰਕੇ ਹੋਏ। ਪਰ ਤੁਸੀਂ ਸੈਕਟਰੀ ਤੁਸੀਂ ਕਦ ਬੋਲਿਆ ਉਹਨੂੰ ਰੋਕਿਆ? ਤੁਸੀਂ ਸੰਗਤ ਦੀ ਕਿਉਂ ਨਹੀਂ ਸ਼ੋਰ ਪਾਇਆ? ਪਹਿਲੇ ਇਲੈਕਸ਼ਨ ਦੇ ਤੋਂ ਤੁਹਾਡੇ ਪਹਿਲੇ ਟੈਨਿਓਰ 'ਚ ਹੋਇਆ, ਦੂਜਾ ਟੈਨਿਓਰ ਕਿਉਂ ਇਕੱਠੇ ਲੜਿਆ ਤੁਸੀਂ ਇਲੈਕਸ਼ਨ? ਚਲੋ ਮੈਂ ਤੁਹਾਡੇ ਕੋਲ ਕੁਐਸਚਨ ਕਰਨਾ ਅੱਜ ਕਿ ਚਲੋ 4 ਸਾਲ ਬਾਅਦ 2013 'ਚ ਹੋਇਆ, 15 'ਚ ਕਾਂਡ ਹੋਇਆ, ਤੁਹਾਨੂੰ ਪਤਾ ਸੀ ਨਾ ਕਾਂਡ ਹੋ ਗਿਆ। ਦੂਸਰਾ 17 ਦਾ ਇਲੈਕਸ਼ਨ ਨਾ ਲੜਦੇ ਇਕੱਠੇ, ਕਹਿ ਦਿੰਦੇ ਜੀ ਮੈਂ ਨਹੀਂ ਲੜਦਾ ਇਹਦੇ ਨਾਲ। ਕਿਉਂ ਨਹੀਂ ਬੋਲੇ? 17 ਵੀ ਲੜਿਆ, 18 ਵੀ ਲੜਿਆ, 18 ਦੇ ਬਾਅਦ ਜਾ ਕੇ ਵਿੱਚ ਪੰਗਾ ਪਿਆ। ਸਭ ਕੁਝ ਪਤਾ ਸੀ ਸਰ। ਉਹ ਜਦ ਗੋਲਕ ਖਾਲੀ ਹੋ ਗਈ, ਹੁਣ ਚੱਕਰ ਕੀ ਕਰਨਗੇ? ਲੜਾਈਆਂ ਵੱਧਦੀ ਚਲੀ ਗਈਆਂ ਆਪਸ ਵਿੱਚ। ਵੀਰ ਜੀ ਸਾਨੂੰ ਇੱਕ ਹੋਰ ਵੀ ਪਤਾ ਚੱਲਾ ਲੱਗਾ ਹੈ ਵੀ ਜਿਹੜਾ ਗੁਰਦੁਆਰਾ ਬਾਲਾ ਸਾਹਿਬ ਦੇ ਮਸ਼ੀਨਾਂ ਲੱਗੀਆਂ ਉਹ ਨਵੀਆਂ ਨਹੀਂ ਹੈ। ਮੈਂ ਤਾਂ ਸਰ ਝੂਠ ਬੋਲਦੇ ਨੇ। ਤੁਹਾਨੂੰ ਸਾਹਮਣੇ ਪਿੱਛੇ ਇੱਕ ਸੋਸ਼ਲ ਮੀਡੀਆ ਤੇ ਬਾਈਟ ਮੈਂ ਵੀ ਦੇਖੀ, ਉਹਨਾਂ ਨੇ ਪੂਰੀ ਦਿਖਾਈ ਸੀ ਕਿ 2006 ਦੀ ਮਸ਼ੀਨਾਂ ਨੇ। ਪਹਿਲੀ ਗੱਲ ਇਹਨਾਂ ਨੇ ਸ਼ੋਰ ਪਾਇਆ 100 ਬੈੱਡ ਦਾ, ਉਹ ਨਿਕਲੇ 30 ਚੋਂ ਵੀ ਪੁਰਾਣੀ ਮਸ਼ੀਨਾਂ 2006 ਦੀ। ਤੁਸੀਂ ਅੱਜ ਕੈਮਰਾ ਖਰੀਦਦੇ ਹੋ, ਤੁਸੀਂ ਅੱਜ ਮਾਈਕ ਖਰੀਦਦੇ ਹੋ, ਤੁਸੀਂ ਅੱਜ ਕੋਈ ਸ਼ਰਟ ਖਰੀਦਦੇ ਹੋ। ਮੈਂ ਛੋਟੀ ਜਿਹੀ ਗੱਲ ਕਰ ਰਿਹਾ, ਨਵਾਂ ਡਿਜ਼ਾਈਨ ਲੈਂਦੇ ਹੋ ਨਾ, ਲੇਟੈਸਟ ਲੋਗੇ ਨਾ। ਅੱਜ ਕੋਈ ਪੁਰਾਣੀ ਸ਼ਰਟ 2015 ਦਾ ਡਿਜ਼ਾਈਨ ਤਾਂ ਨਹੀਂ ਲੈ ਕੇ ਆਓਗੇ 5 ਸਾਲ ਪੁਰਾਣਾ। ਜੋ ਅੱਜ ਚੱਲ ਰਿਹਾ ਫੈਸ਼ਨ ਹੀ, ਜੋ ਅੱਜ ਨਵੀਂ ਟੈਕਨੋਲੋਜੀ ਕਰ ਰਹੀ ਹੈ ਉਹੀ ਲੋਗੇ ਤੁਸੀਂ। ਮੈਂ ਸ਼ਰਟ ਦੀ ਕਰਨਾ ਫੈਸ਼ਨ ਹੁੰਦੀ ਹੈ, ਐਵੇਂ ਮੀਡੀਆ ਦੇ ਅੰਦਰ ਟੈਕਨੋਲੋਜੀ ਜਿਹੜੀ ਹੁੰਦੀ ਹੈ, ਸੌਫਟਵੇਅਰ ਹੁੰਦੇ ਨੇ, ਨਵੇਂ ਅਪਡੇਟ ਹੁੰਦੇ ਰਹਿੰਦੇ ਨੇ ਰੋਜ਼। 2006 ਦਾ ਚੱਲ ਰਿਹਾ ਤਾਂ 15 ਸਾਲ ਪੁਰਾਣੀ ਮਸ਼ੀਨਾਂ ਤੁਸੀਂ ਕਰ ਰਹੇ ਹੋ, ਉਹ ਵੀ ਪੁਰਾਣੀ ਚੁੱਕ ਕੇ ਕਬਾੜ ਤੋਂ ਲੈ ਆਉਣਗੇ। ਉਹ 15 ਸਾਲ ਪੁਰਾਣੀ ਮਸ਼ੀਨ ਦੀ ਵੈਲਿਊ ਕੀ ਹੈ? ਫਿਰ ਜ਼ੀਰੋ। ਇਹਨਾਂ ਨੇ ਕਿਹਾ ਫ੍ਰੀ ਦੇ ਤੁਹਾਨੂੰ ਬਿੱਲ ਆਉਣੇ ਸ਼ੁਰੂ ਹੋ ਗਏ, ਸੋਸ਼ਲ ਮੀਡੀਆ ਤੇ ਖੁਦ ਹੀ ਬਿੱਲ ਆ ਰਹੇ ਨੇ। ਹੁਣ ਇਹ ਤੇ ਸਰ ਝੂਠ ਦੀ ਪੰਡ ਹੈਗੀ ਹੈ। ਤੇ ਸਿਰਸਾ ਗਰੁੱਪ, ਮੈਂ ਕਹਾਂਗਾ ਸਿਰਸਾ ਗਰੁੱਪ ਪੂਰਾ ਝੂਠ ਦਾ ਹੈ। ਕਹਿੰਦਾ ਮੈਂ ਝੂਠ ਨਹੀਂ ਬੋਲਦਾ, ਹਮੇਸ਼ਾ ਝੂਠ ਨਿਕਲਦੀ ਹੈ ਇਹਨਾਂ ਦੀ ਗੱਲ।